ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਛੂਟੀ ਬਰਿੰਦ ਤਬ ਜਵਾਲਾ ਬਮਣੀ, ਗੁਲ ਕਬਰੂਦ ਭਰੀ ਅਰਦਮਣੀ। ਛੂਟੀ ਬਰਿੰਦ ਤਬ ਜਵਾਲਾ ਬਮਣੀ, ਗੁਲ ਕਬਰੂਦ ਭਰੀ ਅਰਦਮਣੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੇਤੀ ਬੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸਿਤ ਹੈ। ਭਾਉ ਔਰ ਲੇਤੀ ਵੱਡੋ ਪਰ ਪਾਉ ਦੇਤੇ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਈ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੇਤ ਦਾਸਨ ਕੇ ਅੰਗ ਬ੍ਰਹਮ ਦੇ ਤੋ ਔਰ, ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਖਾਲਸੇ ਨੇ ਦੇਖਿਆ ਵੀ ਕਿਲ੍ਹੇ ਦੇ ਅੰਦਰੋਂ ਖਾਣ ਵਾਲੀਆਂ ਜਿਹੜੀਆਂ ਵਸਤੂਆਂ ਨੇੜੇ ਲੱਗ ਗਈਆਂ ਸਨ। ਕਈ ਦਫਾ 7 ਦਿਨਾਂ ਤੋਂ ਬਾਅਦ ਇੱਕ ਪਾਈਆ ਪਰ ਅਨ, ਉਹ ਵੀ ਮਸਾਂ ਯੋਧੇ ਸੂਰਮਿਆਂ ਨੂੰ ਪ੍ਰਾਪਤ ਹੁੰਦਾ ਸੀ। ਜਦੋਂ ਵੀ ਕਿਤੇ ਇਹਨਾਂ ਦਾ ਦਾਅ ਲੱਗਦਾ ਹੈ, ਆਲੇ ਦੁਆਲੇ ਪਿੰਡਾਂ ਨਗਰਾਂ 'ਚੋਂ ਆਟਾ ਹੈ, ਘਿਓ ਹੈ, ਮਿੱਠਾ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਯੋਧੇ ਸੂਰਮੇ ਲੈ ਕਰਕੇ ਕਿਲ੍ਹੇ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਦੋਂ ਇਹਨਾਂ ਨੂੰ ਖਬਰ ਪੁੱਜਦੀ ਵੀ ਅੱਜ ਰਾਤ ਨੂੰ ਵੀ ਗੁਰੂ ਕੇ ਜਵਾਨ ਸਿਪਾਹੀ ਖਾਣ ਪੀਣ ਦਾ ਸਮਾਨ ਬਾਹਰੋਂ ਲੁੱਟ ਕਰਕੇ ਲੈ ਗਏ ਹਨ, ਇਹ ਦੇਖ ਕੇ ਸੂਬਿਆਂ ਔਰ ਭੀਮ ਚੰਦ ਨੇ ਵਿਚਾਰ ਕੀਤੀ ਵੀ ਕਿਹੜਾ ਤਾਂ ਸਾਡੀਆਂ ਫੌਜਾਂ ਨੇ ਚਾਰੇ ਪਾਸਿਆਂ ਤੋਂ ਬੜਾ ਸਖਤ ਪਾਇਆ ਹੋਇਆ, ਪਰ ਹੈਰਾਨਗੀ ਦੀ ਗੱਲ ਪਤਾ ਨਹੀਂ ਲੱਗਦਾ ਕਿੱਥੋਂ ਦੀ ਸਿੰਘ ਆਉਂਦੇ ਹਨ, ਕਿਹੜੇ ਰਸਤੇ ਰਾਹੀਂ ਦੁਬਾਰਾ ਫਿਰ ਉਸੇ ਤਰ੍ਹਾਂ ਸਹੀ ਸਲਾਮਤ ਅਨੰਦਪੁਰ ਦੇ ਵਿੱਚ ਵੜ ਜਾਂਦੇ ਨੇ। ਇੱਕ ਦਿਨ ਇਹਨਾਂ ਨੇ ਚੰਗੀ ਤਰ੍ਹਾਂ ਆਲੇ ਦੁਆਲੇ ਨਿਗਾਹ ਮਾਰ ਲਈ, ਜੋ ਵੀ
ਉੱਥੋਂ ਦੇ ਭੇਤੀ ਲੋਕ ਰਹਿਣ ਵਾਲੇ ਸਨ। ਉਹਨਾਂ ਤੋਂ ਪੁੱਛਿਆ ਵੀ ਇੱਥੋਂ ਦੀ ਕੋਈ ਇਹੋ ਜਿਹਾ ਗੁਪਤ ਰਸਤਾ ਤਾਂ ਨਹੀਂ ਅੰਦਰ ਨੂੰ ਜਾਂਦਾ। ਉਹਨਾਂ ਨੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਪੱਗ ਡੰਡੀਆਂ ਸੂਬਿਆਂ ਔਰ ਭੀਮ ਚੰਦ ਨੂੰ ਦਿਖਾ ਦਿੱਤੀਆਂ ਸਨ। ਉਸ ਵਕਤ ਇਹਨਾਂ ਨੇ ਫਿਰ 10-20 ਆਪਣੇ ਜਵਾਨ ਸਿਪਾਹੀ ਥੋੜ੍ਹੀ ਜਿਹੀ ਦੂਰੀ 'ਤੇ ਖੜ੍ਹੇ ਕਰਤੇ ਵੀ ਜਦੋਂ ਖਾਲਸਾ ਆਏਗਾ ਤੇ ਨਾਲ ਦੀ ਨਾਲ ਤੁਸੀਂ ਸਾਨੂੰ CID ਕਰ ਦੇਣੀ ਹੈ। ਅੱਜ ਵੀ ਮਹਾਰਾਜ ਦੇ ਬਹੁਤ ਸਾਰੇ ਯੋਧੇ ਸੋਰਮੇ ਪਿੰਡਾਂ ਦੇ ਵਿੱਚ ਜਦੋਂ ਰਸਤਾ ਬਸਤਾ ਲੈਣ ਦੇ ਲਈ ਨਿਕਲ ਗਏ ਸਨ, ਜਿੱਥੋਂ ਵੀ ਖਾਣ ਪੀਣ ਵਾਲਾ ਸਮਾਨ ਮਿਲਿਆ ਇਹਨਾਂ ਨੇ ਆਪਣੇ ਘੋੜਿਆਂ 'ਤੇ ਪੋਟਲੀਆਂ ਲੱਦ ਲਈਆਂ ਹਨ। ਅੱਧੇ ਕੁ ਅੱਗੇ ਨੂੰ ਕਰਤੇ ਤੇ ਅੱਧੇ ਕੁ ਉਹਨਾਂ ਦੀ ਪਿੱਛੇ ਪਿੱਛੇ ਰਾਖੀ ਕਰਦੇ ਆ ਰਹੇ ਸਨ। ਉਸੇ ਵਕਤ ਤੁਰਕਾਂ ਮੁਗਲਾਂ ਪਠਾਣਾਂ ਨੇ ਸੂਬਿਆਂ ਨੂੰ ਖਬਰ ਕਰਤੀ ਵੀ ਅੱਜ ਵੀ ਮਹਾਰਾਜ ਦੇ ਕਾਫੀ ਜਵਾਨ ਸਿਪਾਹੀ ਇੱਥੋਂ ਦੀ ਅੱਗੇ ਨੂੰ ਲੰਘ ਗਏ ਹਨ। ਉਸੇ ਵਕਤ ਉਹਨਾਂ ਨੇ ਘੇਰੇ ਦੇ ਉੱਪਰ ਆਪਣੀ ਬਹੁਤ ਸਾਰੀ ਫੌਜ ਸੈਨਾ ਭੇਜ ਦਿੱਤੀ ਹੈ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਛੁੱਟੀ ਬਰਿੰਦ ਤਬ ਜਵਾਲਾ ਬਮਣੀ। ਜਦੋਂ ਸਤਿਗੁਰੂ ਜੀ ਦੇ ਯੋਧੇ ਸੂਰਮੇ ਨੇੜੇ ਆ ਗਏ, ਉਸੇ ਬਾਅਦ ਫਿਰ ਇਹਨਾਂ ਮੁਗਲਾਂ ਫੌਜਾਂ ਨੇ ਬਹੁਤ ਸਾਰੀਆਂ ਆਪਣੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਸਨ। ਗੋਲਕ ਬਰੂਦ ਭਰੀ ਅਰਦਮਣੀ। ਹੁਣ ਇਹਨਾਂ ਨੇ ਤਾਂ ਪਹਿਲਾਂ ਹੀ ਆਪਣੇ ਜਵਾਨਾਂ ਨੂੰ ਤਾੜ ਕਰਕੇ ਪੂਰੀ ਤਿਆਰੀ ਕੀਤੀ ਹੋਈ ਆ ਵੀ ਅੱਜ ਗੁਰੂ ਜੀ ਦੇ ਯੋਧੇ ਸੂਰਮਿਆਂ ਨੂੰ ਆਪਾਂ ਨੇ ਜਿਉਂਦੇ ਜੀ ਕਿਲ੍ਹੇ ਦੇ ਵਿੱਚ ਜਾਣ ਨਹੀਂ ਦੇਣਾ ਹੈ। ਸਿਰ ਤੇ ਪੋਟ ਉਤਾਰੀ ਸਭੈ। ਉਸੇ ਵਕਤ ਯੋਧੇ ਸੂਰਮਿਆਂ ਨੇ ਉਹ ਜਿਹੜੀਆਂ ਪੋਟਲੀਆਂ ਸਿਰਾਂ ਤੋਂ ਥੱਲੇ ਲਾ ਦਿੱਤੀਆਂ ਸਨ। ਸਤਰਨ ਸਮੁਖ ਸਿੰਘ ਭੇ ਤਬੈ। ਯੋਧੇ ਸੂਰਮੇ ਬੱਬਰ ਸ਼ੇਰਾਂ ਦੇ ਸਮਾਨ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦੇ ਫਿਰ ਸਾਹਮਣੇ ਹੋ ਗਏ ਸਨ। ਛੋਰ ਤੋਂ ਪੰਗਨ ਕੋ ਤਤਕਾਲੀ। ਖਾਲਸੇ ਨੇ ਵੀ ਆਪਣੀਆਂ ਤਲਵਾਰਾਂ ਔਰ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਆਗੇ ਭਈ ਖੜਗ ਗਹਿ ਢਾਲੀ। ਉਸੇ ਵਕਤ ਜਦੋਂ ਸਤਿਗੁਰੂ ਜੀ ਦੇ ਸਿੰਘਾਂ ਨੇ ਦੇ ਲਿਆ ਵੀ ਅੱਜ ਤਾਂ ਘੇਰੇ ਦੇ ਪਾਸ ਬਹੁਤ ਸਾਰੀ ਸੈਨਾ ਤਾਂ ਪਹਿਲਾਂ ਹੀ ਬੜੀ ਇਕੱਠੀ ਹੋ ਚੁੱਕੀ ਹੈ। ਖਰੀ ਰੋਖ ਸ਼ਤਰੂ ਜਹ ਘਾਟੀ। ਹੁਣ ਇਹਨਾਂ ਬੈਰੀਆਂ ਦੁਸ਼ਮਣਾਂ ਨੇ ਪਹਿਲਾਂ ਹੀ ਉਹ ਜਿਹੜਾ ਘਾਟਾ ਚਾਰੇ ਪਾਸਿਆਂ ਤੋਂ ਰੋਕਿਆ ਹੋਇਆ ਸੀ। ਤਹਿ ਲੋ ਪਹੁੰਚ ਬੋਲ ਬਹੁ ਡਾਟੀ। ਡਾਂਟ ਕਰਕੇ ਤੁਰਕਾਂ ਮੁਗਲਾਂ ਪਠਾਣਾਂ ਨੂੰ ਸਤਿਗੁਰੂ ਜੀ ਦਾ ਯੋਧੇ ਸੂਰਮੇ ਉਸ ਘਾਟੇ ਦੇ ਬਿਲਕੁਲ ਨੇੜੇ ਆ ਗਏ ਹਨ। ਨਿਕਸਨ ਜਤਨਾ ਬਿਲੋਕ ਵਿਚਾਰੀ। ਪਰ ਜਦੋਂ ਨਿਕਲਣ ਦੇ ਲਈ ਇਹਨਾਂ ਨੇ ਉਪਾਅ ਯਤਨ ਸਾਹਮਣੇ ਦੇਖਿਆ ਸੀ। ਨਹਿ ਪ੍ਰਾਪਤ ਕਿਆ ਕਰਹਿ ਵਿਚਾਰੀ। ਹੁਣ ਇੱਥੇ ਤਾਂ ਬਹੁਤ ਸਾਰੀ ਸੈਨਾ ਪਹਿਲਾਂ ਹੀ
ਘਾਟੇ ਦੇ ਉੱਪਰ ਪਹੁੰਚ ਚੁੱਕੀ ਹੈ। ਆਪਸ ਵਿਖੈ ਕਹਿਨ ਤਬ ਲਾਗੀ। ਉਸੇ ਵਕਤ ਸਤਿਗੁਰੂ ਜੀ ਦੇ ਬੱਬਰ ਸ਼ੇਰ ਜੋ ਜਾ ਰਹੇ ਜੋ ਦੇ ਸਵਰ ਮੇ ਆਪਸ ਵਿੱਚ ਹੀ ਇਹ ਗੱਲਾਂ ਬਾਤਾਂ ਕਰਨ ਲੱਗ ਪਏ ਹਨ। ਸਿੰਘੋ ਸੁਨਹੁ ਬਚਤ ਨਹਿ ਭਾਗੀ। ਇਹ ਖਾਲਸਾ ਜੀ ਦੇਖੋ ਇਸ ਘਾਟੇ ਤੇ ਚਾਰੇ ਪਾਸਿਆਂ ਤੋਂ ਬੜਾ ਜ਼ਬਰਦਸਤ ਘੇਰਾ ਪੈ ਚੁੱਕਿਆ ਹੈ। ਹੁਣ ਇਹਨਾਂ ਨੇ ਆਪਾਂ ਨੂੰ ਸਹੀ ਸਲਾਮਤ ਅੱਗੇ ਨਹੀਂ ਲੰਘਣ ਦੇਣਾ ਹੈ। ਜੀ ਅਬ ਮਿਲ ਹੈ ਤਉ ਨਹਿ ਛੋੜ ਹੈ। ਜੇ ਆਪਾਂ ਪਹਾੜੀ ਰਾਜਿਆਂ ਨੂੰ ਮਿਲਾਂਗੇ ਵੀ ਤਾਂ ਵੀ ਫਿਰ ਇਹਨਾਂ ਨੇ ਹੁਣ ਆਪਾਂ ਨੂੰ ਬਖਸ਼ਣਾ ਥੋੜਾ ਹੈ। ਮਾਰਨ ਮਰਨ ਹਮ ਹੋ ਸਨ ਲੋਰ ਹੈ। ਹੁਣ ਇਹਨਾਂ ਨੇ ਉਸ ਵਕਤ ਸਾਨੂੰ ਸ਼ਹੀਦ ਕਰਨ ਦੇ ਲਈ ਆਪਣੇ ਸ਼ਸਤਰ ਚਲਾ ਦੇਣੇ ਹਨ। ਜੀ ਅਬ ਮਿਲ ਹੈ ਤਉ ਨਹਿ ਛੋੜ ਹੈ। ਜੇ ਇਹਨਾਂ ਦੇ ਅੱਗੇ ਹੱਥ ਜੋੜੇ ਤਾਂ ਵੀ ਆਪਣਾ ਬਚਾਅ ਹੋਣਾ ਬੜਾ ਔਖਾ ਹੋ ਜਾਣਾ ਹੈ। ਜਾਂਤੇ ਪ੍ਰਾਨ ਦੇਨ ਹੀ ਬਨੀ। ਇਸ ਕਰਕੇ ਹੁਣ ਜੋਧੇ ਸੂਰਮਿਆਂ ਨੇ ਸ਼ਹੀਦੀਆਂ ਦੇਣ ਦੇ ਲਈ ਮਨ ਦੇ ਵਿੱਚ ਮਿਥਲਿਆ ਸੀ। ਧਰਮ ਗਈ ਕਿਆ ਜੀਵ ਹੋ ਕਨੀ। ਵੀ ਜੇ ਆਪਣਾ ਧਰਮ ਹੀ ਭ੍ਰਿਸ਼ਟ ਹੋ ਗਿਆ ਇੱਥੇ ਫਿਰ ਤਾਂ 4 ਦਿਨਾਂ ਦੀ ਜ਼ਿੰਦਗੀ ਕਾਹਦੇ ਵਾਸਤੇ ਆਪਾਂ ਨੇ ਜਿਉਣੀ ਹੈ। ਦੋਨੋਂ ਲੋਕ ਨਹੀਂ ਅਬ ਖੋਬ ਹੋ। ਜੇ ਧਰਮ ਭ੍ਰਿਸ਼ਟ ਹੋ ਗਿਆ ਆਪਣੇ ਦੋਵੇਂ ਲੋਕ ਤੇ ਪਰਲੋਕ ਇਹ ਵਿਗੜ ਜਾਣੇ ਹਨ। ਮਰਨ ਸਮੇਂ ਗੀਦੀ ਨਹਿ ਹੋਬ ਹੋ। ਉਸ ਵਕਤ ਮਹਾਰਾਜ ਦੇ ਖਾਲਸੇ ਨੇ ਇੱਕ ਦੂਜੇ ਨੂੰ ਬੰਗਾਰਿਆ ਵੀ ਹੁਣ ਕੁਰਬਾਨੀ ਦੇਣ ਦੇ ਮੌਕੇ ਤੇ ਕਿਸੇ ਨੇ ਵੀ ਗਿੱਦੜ ਕੈਰ ਜ਼ਾਬਰ ਬੁਜ਼ਲਾਂ ਦੇ ਬਿਜਲ ਦਿਲਾਂ ਦੇ ਸਮਾਨ ਆਪਾਂ ਨੇ ਨਹੀਂ ਬਣਨਾ ਹੈ। ਸਨਮੁਖ ਗਮਨ ਹੋ ਜਹਰ ਪਕਾਟੀ। ਜਿੱਥੇ ਬਹੁਤ ਸਾਰੇ ਤੁਰਕ ਵੀ ਮੁਗਲ ਪਠਾਨ ਘਾਟੇ ਦੇ ਉੱਪਰ ਪਹਿਲਾਂ ਹੀ ਬਹੁਤ ਜ਼ਿਆਦਾ ਇਕੱਠੇ ਹੋ ਗਏ ਸਨ। ਘਟ ਹੋ ਖੜਗਨ ਤੀ ਅਦਵਾਟੀ। ਖਾਲਸੇ ਨੇ ਇੱਕ ਦੂਜੇ ਨੂੰ ਹੱਲਾ ਸ਼ੇਰੀ ਦਿੰਦੇ ਹੋਇਆ ਬਚਨ ਕੀਤੇ ਵੀ ਜਿਤਨੇ ਕਾਪਾਂ ਵੱਢ ਸਕਾਂਗੇ ਉਹਨਾਂ ਤੇ ਫਿਰ ਵੱਢਣੇ ਹੀ ਹਨ। ਘਟ ਮਹਿ ਪ੍ਰਾਨ ਰਹੇ ਤਿਰ ਜਾਬਦ। ਜਿਤਨਾ ਚਿਰ ਸਾਡੇ ਸਰੀਰਾਂ ਦੇ ਵਿੱਚ ਚੱਲਦੇ ਨੇ ਨਾ ਪ੍ਰਾਣ ਉਤਨਾ ਟਾਈਮ ਵੱਧ ਤੋਂ ਵੱਧ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੀ ਬੜੀ ਆਪਾਂ ਨੇ ਕਟਾਵੜੀ ਕਰਨੀ ਹੈ। ਬਾਹ ਹੋ ਤਰ ਵਾਰਨ ਕੋ ਤਾਬਦ। ਉਤਨਾ ਟਾਈਮ ਹੱਥਾਂ ਦੇ ਵਿੱਚ ਪਕੜ ਕਰਕੇ ਫੌਲਾਦੀ ਲੋਹੇ ਦੀਆਂ ਤਲਵਾਰਾਂ ਇਹਨਾਂ ਦੇ ਉੱਪਰ ਬੌਂਦੇ ਹੀ ਰਹਿਣਾ ਹੈ। ਸ਼੍ਰੀ ਕਲਗੀਧਰ ਸਿਮਰਤ ਮਰਹੋ। ਜੇਕਰ ਆਪਾਂ ਦਸ਼ਮੇਸ਼ ਪਿਤਾ ਨੂੰ ਯਾਦ ਕਰਦਿਆਂ ਕਿਤੇ ਆਪਣੇ 5 ਭੌਤਿਕ ਸਰੀਰ ਤਿਆਗ ਦੇਣੇ ਹਨ। ਜਨਮ ਮਰਨ ਭਵਜਲ ਤੇ ਤਰਹੋ। ਫਿਰ ਆਪਣਾ ਜਿਹੜਾ ਹੈ ਜਨਮ ਮਰਨ ਦਾ ਚੱਕਰ ਸਦਾ ਵਾਸਤੇ ਹੀ ਕੱਟਿਆ ਜਾਣਾ ਹੈ। ਇਮ ਕਹਿ ਕਰ ਵਾਰਨ ਕਰ ਨੰਗੀ। ਇਹੋ ਜੋਧੇ ਸੂਰਮਿਆਂ ਨੇ ਆਪਸ ਵਿੱਚ ਹੀ ਸਲਾਹ ਕਰਦਿਆਂ ਹੋਇਆਂ ਮਿਆਨਾਂ ਦੇ ਵਿੱਚੋਂ ਤਲਵਾਰਾਂ ਨੰਗੀਆਂ ਕਰ ਲਈਆਂ ਹਨ। ਛੋਦਤ ਸ਼ਰਮਤ ਬਹੁ ਦੁਰਬਲ ਅੰਗੀ। ਭਾਵੇਂ ਖਾਲਸੇ ਦੇ ਭੁੱਖ ਦੇ ਕਾਰਨ ਸਰੀਰ ਬੜੇ ਦੁਬਲੇ ਕਮਜ਼ੋਰ ਵੀ ਹੋ ਚੁੱਕੇ ਸੀ। ਗੁਰ ਕੋ ਪ੍ਰੇਮ ਅਧਿਕ ਬਲ ਭਰਿਓ। ਪਰ ਸਤਿਗੁਰੂ ਜੀ ਦੇ ਪ੍ਰੇਮ ਦਾ ਸਦਕਾ ਇਹਨਾਂ ਦੇ ਸਰੀਰ ਦੇ ਅੰਦਰ ਇਤਨਾ ਬਲ ਤੇ ਇਤਨਾ ਜ਼ੋਰ ਭਰ ਚੁੱਕਿਆ ਸੀ। ਭੀੜੇ ਭੀੜ ਪਟ ਸੰਗਰ ਕਰਿਓ। ਉਸੇ ਵਕਤ ਸਾਹਮਣੇ ਤੁਰਕਾ ਮੁਗਲਾਂ ਪਠਾਨਾਂ ਦੇ ਨਾਲ ਖਾਲਸੇ ਦਾ ਬੜਾ ਭਾਰੀ ਭਿਆਨਕ ਭੇੜ ਪੈ ਗਿਆ ਸੀ। ਕਿ ਇੱਕ ਦੋਈ ਕਿ ਤ੍ਰੈ ਅਰ ਚਾਰੀ। ਕਿਸੇ ਨੇ 2 ਕਿਸੇ ਨੇ 4 5 6 ਤੁਰਕ ਮੁਗਲ ਪਠਾਨ ਉਸੇ ਟਾਈਮ ਤੇ ਹੀ ਫੜ ਦਿੱਤੇ ਹਨ। ਮਾਰ ਮਾਰ ਕਰ ਮਰੇ ਜੁਝਾਰੀ। ਮਾਰ ਲਓ ਪਕੜੋ ਦੀਆਂ ਉਹ ਆਵਾਜ਼ਾਂ ਦਿੰਦਿਆਂ ਹੋਇਆਂ ਬੜੇ ਜੋਧੇ ਸੂਰਮਿਆਂ ਨੇ ਸ਼ਹੀਦੀਆਂ ਵੀ ਪ੍ਰਾਪਤ ਕਰ ਲਈਆਂ ਸਨ। ਪੰਜ ਖਸ਼ਟ ਕੀ ਸਪਤ ਅਸ਼ਟ ਹੱਤ। ਕਿਸੇ ਗੁਰ ਸਿੱਖ ਨੇ 5 7
8 ਤੱਕ ਵੀ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਬੜਾ ਨੁਕਸਾਨ ਕਰ ਦਿੱਤਾ ਸੀ। ਗਿਰੇ ਪ੍ਰਾਨ ਦੀਨੇ ਰਨ ਗੁਰ ਹਿਤ। ਸਤਿਗੁਰੂ ਜੀ ਦੇ ਵਾਸਤੇ ਇਹਨਾਂ ਨੇ ਆਪਣੇ ਪ੍ਰਾਣ ਵੀ ਧਰਮ ਦੇ ਲਈ ਕੁਰਬਾਨ ਕਰ ਦਿੱਤੇ ਹਨ। ਤੁਰਕਨ ਚਮੂ ਹਜ਼ਾਰੋਂ ਧਾਈ। ਉਧਰੋਂ ਤੁਰਕਾਂ ਦੀਆਂ ਜਿਹੜੀਆਂ ਫੌਜਾਂ ਤਾਂ ਚਾਰੇ ਪਾਸਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਚੜ੍ਹ ਕਰਕੇ ਆ ਰਹੀਆਂ ਹਨ। ਥੋੜੇ ਸਿੰਘ ਕਹਾਂ ਬਨ ਆਈ। ਸਤਿਗੁਰੂ ਜੀ ਦੇ ਯੋਧੇ ਸੂਰਮੇ ਬਹੁਤ ਥੋੜੀ ਹੀ ਗਿਣਤੀ ਦੇ ਵਿੱਚ ਸਨ। ਤੁਰਕ ਸੈਂਕਰੀ ਲੇਕਰ ਸੰਗ। ਪਰ ਫਿਰ ਵੀ ਗੁਰੂ ਕੇ ਲਾਲਾ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਨਾਸ ਕਰ ਦਿੱਤਾ ਹੈ। ਮਰੇ ਵੀਰ ਕਰਕੇ ਵੱਡ ਜੰਗ। ਬਹੁਤ ਵੱਡਾ ਭਿਆਨਕ ਯੁੱਧ ਕਰਦਿਆਂ ਸਤਿਗੁਰੂ ਜੀ ਦੇ ਲਾਲਾ ਨੇ ਵੀ ਉਸ ਸਮੇਂ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਸਨ। ਕਰੀ ਕਤਲ ਸਭ ਤੁਰਕਨ ਘੇਰ। ਉਸ ਵਕਤ ਜਦੋਂ ਤੁਰਕਾਂ ਮੁਗਲਾਂ ਪਠਾਨਾਂ ਨੇ ਖਾਲਸੇ ਨੂੰ ਚਾਰੇ ਪਾਸਿਆਂ ਤੋਂ ਆ ਕਰਕੇ ਘੇਰਾ ਹੀ ਪਾ ਲਿਆ ਸੀ। ਤਹਤੇ ਹਟੀ ਮਾਰ ਕਰ ਫੇਰ। ਉਸ ਵਕਤ ਖਾਲਸੇ ਨੂੰ ਇਹਨਾਂ ਨੇ ਚਾਰੇ ਪਾਸਿਆਂ ਤੋਂ ਇਕੱਠਿਆਂ ਹੋ ਕਰਕੇ ਸ਼ਹੀਦ ਕਰ ਦਿੱਤਾ ਸੀ। ਇਤ ਸਤਿਗੁਰ ਕੋ ਸੁਧ ਨਹਿ ਪਾਈ। ਇਧਰੋਂ ਇਹਨਾਂ ਦੇ ਬਾਹਰ ਜਾਣ ਦੀ ਜਿਹੜੀ ਖਬਰ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚ ਨਹੀਂ ਪਹੁੰਚੀ ਸੀ। ਚੜ੍ਹੈ ਤਿਨੋ ਹਿਤ ਲੀਤ ਬਚਾਈ। ਜੈ ਕਰ ਕਿਤੇ ਕੋਈ ਖਬਰ ਕਰ ਦਿੰਦਾ ਉਸ ਵਕਤ ਮਹਾਰਾਜ ਨੇ ਆਪਣੇ ਯੋਧੇ ਸੂਰਮਿਆਂ ਨੂੰ ਭੇਜ ਕਰਕੇ ਇਹਨਾਂ ਦਾ ਬਚਾਅ ਕਰ ਲੈਣਾ ਸੀ। ਪੁਨ ਰੁਕ ਗਈ ਨਾ ਮਾਰਗ ਪਾਇਓ। ਜਦੋਂ ਦੇਖਿਆ ਵੀ ਤਾਂ ਘਾਟੇ ਦੇ ਉੱਪਰ ਪਹਿਲਾਂ ਹੀ ਬੜੀ ਭਾਰੀ ਗਿਣਤੀ ਦੇ ਵਿੱਚ ਤੁਰਕ ਮੁਗਲ ਪਠਾਨ ਚਾਰੇ ਪਾਸੇ ਇਕੱਠੇ ਹੋ ਕਰਕੇ ਖੜ ਗਏ ਹਨ। ਤੁਰਕਨ ਦਲ ਦੀਰਘ ਚਲ ਆਇਓ। ਜਦੋਂ ਖਬਰ ਮਿਲ ਗਈ ਚਾਰੇ ਪਾਸਿਆਂ ਤੋਂ ਇਹਨਾਂ ਦੀ ਜਿਹੜੀ ਫੌਜ ਇੱਕ ਥਾਂ ਤੇ ਹੀ ਉਸ ਘਾਟੇ ਤੇ ਇਕੱਠੀ ਹੋ ਗਈ ਹੈ। ਇਹ ਤਾਂ ਆਨੰਦਪੁਰ ਧਰਤ ਪ੍ਰਤੀਸ਼ਨ। ਇਧਰੋਂ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਯੋਧੇ ਸੂਰਮਿਆਂ ਦੀ ਉਡੀਕ ਕਰ ਰਹੇ ਸਨ। ਨਹਿ ਆਏ ਤਬ ਕਰੇ ਨਿਰੀਖਣ। ਜਦੋਂ ਦੇਖਿਆ ਵੀ ਅਜੇ ਤੱਕ ਯੋਧੇ ਸੂਰਮੇ ਕਿਲੇ ਦੇ ਵਿੱਚੋਂ ਜੋ ਬਾਹਰ ਗਏ ਹੋਏ ਸਨ ਹੋਏ ਨਿਰਾਸ ਗੁਰ ਕੇ ਟਿਕ ਗਈ। ਅੱਗੇ ਤਾਂ ਵੀ ਥੋੜੇ ਟਾਈਮ ਦੇ ਅੰਦਰ ਹੀ ਗੁਰੂ ਕੇ ਯੋਧੇ ਸੂਰਮੇ ਵਾਪਸ ਆ ਜਾਂਦੇ ਸਨ। ਅੱਜ ਪਤਾ ਨਹੀਂ ਕੀ ਗੱਲ ਹੋ ਗਈ, ਇਤਨਾ ਟਾਈਮ ਹੋ ਗਿਆ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਯੋਧਾ ਸੂਰਮਾ ਵਾਪਸ ਮੁੜ ਕਰਕੇ ਨਹੀਂ ਆਇਆ ਹੈ। ਸਕਲ ਬਿਰਤਾਂਤ ਬਤਾਵਤ ਪਈ। ਉਸ ਵਕਤ ਪਤਾ ਲੱਗ ਗਿਆ ਵੀ ਇਹ ਤਾਂ ਸਾਰੇ ਯੋਧੇ ਸੂਰਮੇ ਤੁਰਕਾਂ ਮੁਗਲਾਂ ਪਠਾਨਾਂ ਨੇ ਘਾਟੇ ਦੇ ਉੱਪਰ ਸ਼ਹੀਦ ਕਰ ਦਿੱਤੇ ਹਨ। ਹਮ ਕੇ ਸਿੰਘ ਅੰਨ ਕੇ ਕਾਰਨ। ਦੱਸਿਆ ਉਸ ਸਮੇਂ ਦਸ਼ਮੇਸ਼ ਪਿਤਾ ਦੇ ਪਾਸ ਗਰੀਬਨ ਆਵਾਜ਼ ਫਲਾਣੇ ਯੋਧੇ ਸੂਰਮੇ ਅੱਗੇ ਵੀ ਕਈ ਦਫਾ ਰਾਤ ਬਰਾਤੇ ਬਾਹਰ ਰਸਤਾ ਬਸਤਾ ਲੈਣ ਦੇ ਲਈ ਚਲੇ ਜਾਂਦੇ ਸਨ। ਗਏ ਹੁਤੇ ਮਿਲ ਗਏ ਰਿਪਦਾਰਨ। ਪਰ ਜਦੋਂ ਬਹੁਤ ਸਾਰੇ ਬਹਿਰੀਆਂ ਨੇ ਆ ਕਰਕੇ ਘਾਟਾ ਹੀ ਰੋਕ ਲਿਆ ਸੀ। ਘਾਟਾ ਰੋਕ ਸੰਘਾਰਨ ਕਰੀ। ਆਪਣੇ ਜਿਹੜੇ ਸਾਰੇ ਹੀ ਯੋਧੇ ਸੂਰਮੇ ਘਾਟੇ ਦੇ ਉੱਪਰ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੇ ਸ਼ਹੀਦ ਕਰ ਦਿੱਤੇ ਹਨ। ਏਕ ਨਾ ਬਚਿਓ ਲੜੇ ਤਹ ਮਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਦੇ ਵਿੱਚ ਤਾਂ ਇੱਕ ਵੀ ਆਪਣਾ ਜਿਹੜਾ ਗੁਰ ਸਿੱਖ ਜਿਉਂਦਾ ਵਾਪਸ ਮੁੜ ਕਰਕੇ ਨਹੀਂ ਆਇਆ ਹੈ। ਕਿਰਪਾ ਸਿੰਧ ਤਿਨ ਕੀ ਗਤ ਕਰੀ ਹੈ। ਐ ਕਿਰਪਾ ਦੇ ਸਾਗਰ ਸੱਚੇ ਪਾਤਸ਼ਾਹ ਪਰਲੋਕ ਦੇ ਵਿੱਚ ਹੁਣ ਆਪ ਨੇ ਹੀ ਉਹਨਾਂ ਮਹਾਨ
ਸ਼ਹੀਦਾਂ ਦੀ ਕਲਿਆਣ ਕਰਨੀ ਹੈ। ਸੇਵਕ ਲਖ ਨਿਜ ਬਿਰਦ ਵਿਚਰੀਏ ਹੈ। ਉਹ ਵੀ ਆਪ ਦੇ ਸੇਵਕ ਦਾਸ ਹੀ ਹਨ। ਸੁਨ ਸ਼੍ਰੀ ਮੁਖ ਪਰਮਾਵਤ ਪਈ। ਸੁਣ ਕਰਕੇ ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਇਹਨਾਂ ਗੁਰਮੁਖਾਂ ਨੂੰ ਆਪਣੇ ਵੱਲੋਂ ਕਹਿਣ ਲੱਗੇ ਸਨ, ਬਿਨਾ ਹੁਕਮ ਤੀ ਵਹਿ ਕਿਉਂ ਗਈ। ਭਾਈ ਆਪਣੇ ਜਿਹੜੇ ਜੋਧੇ ਸੂਰਮੇ ਬਿਨਾਂ ਆਗਿਆ ਤੋਂ ਬਗੈਰ ਕਿਲੇ ਦੇ ਵਿੱਚੋਂ ਬਾਹਰ ਕਿਉਂ ਗਏ ਹਨ। ਭੋਜਿਤ ਹਮਕੋ ਪੁਨ ਵਹਿ ਜਾਤੀ। ਜੇ ਸਾਡੇ ਕੋਲੋਂ ਆਗਿਆ ਲੈ ਕਰਕੇ ਜਾਂਦੇ ਤੇ ਅਸੀਂ ਫਿਰ ਉਹਨਾਂ ਦਾ ਧਿਆਨ ਵੀ ਰੱਖਣਾ ਸੀ। ਬੰਤ ਸਹਾਇਕ ਤਬ ਸਭ ਭਾਂਤੀ। ਜੇ ਕਿਤੇ ਪਤਾ ਲੱਗ ਵੀ ਜਾਂਦਾ ਵੀ ਤੁਰਕਾ ਮੁਗਲਾ ਪਠਾਣਾ ਨੇ ਉਹ ਘਾਟਾ ਰੋਕ ਲਿਆ, ਫਿਰ ਸਤਿਗੁਰੂ ਜੀ ਨੇ ਵੀ ਆਪਣੇ ਬਹੁਤ ਸਾਰੇ ਜ਼ੋਜਾਰੇ ਸਿੰਘ ਸੂਰਮੇ ਇਹਨਾਂ ਦਾ ਬਚਾ ਕਰਨ ਦੇ ਲਈ ਭੇਜ ਦੇਣੇ ਸਨ। ਤਉ ਸਾਬਤੀ ਸੋ ਦੇ ਪ੍ਰਾਨ। ਪਰ ਫਿਰ ਵੀ ਸੱਚੇ ਪਾਤਸ਼ਾਹ ਉਹਨਾਂ ਨੇ ਧਰਮ ਦੇ ਵਾਸਤੇ ਆਪਣੀਆਂ ਜਾਨਾਂ ਹੀ ਕੁਰਬਾਨ ਕਰ ਦਿੱਤੀਆਂ ਹਨ। ਕਰੋ ਪਲਤ ਮਹਿ ਬਹੁ ਕਲਿਆਣ। ਹੁਣ ਪਰਲੋਕ ਦੇ ਵਿੱਚ ਤਾਂ ਆਪ ਨੇ ਹੀ ਉਹਨਾਂ ਯੋਧੇ ਸੂਰਮਿਆਂ ਦੀ ਰੱਖਿਆ ਕਰਨੀ ਹੈ। ਜਹ ਸਤ ਸੰਗਤ ਬਸ ਹੈ ਮੇਰੀ। ਸਤਿਗੁਰੂ ਜੀ ਕਹਿ ਲਗੇ, ਭਾਈ ਗੁਰ ਸਿੱਖੋ, ਉਹਨਾਂ ਦੀ ਤੁਸੀਂ ਕੋਈ ਮਨ ਦੇ ਵਿੱਚ ਚਿੰਤਾ ਨਹੀਂ ਕਰਨੀ ਹੈ। ਜਹ ਸਤ ਸੰਗਤ ਬਸ ਹੈ ਮੇਰੀ। ਵੀ ਜਿੱਥੇ ਮੇਰੀਆਂ ਸੰਗਤਾਂ ਸਦਾ ਦੇ ਲਈ ਬਸਦੀਆਂ ਹਨ, ਤਹਾਂ ਬਾਸ ਦੀਨ ਸਹਿਤ ਹੀਰੀ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹੋ ਜੇ ਮਾਨ ਜੋਧੇ ਸੂਰਮਿਆਂ ਦਾ ਜਿਹੜਾ ਬਾਸਾ ਬੈਕੁੰਠਾਂ ਦੇ ਵਿੱਚ ਹੀ ਸਦਾ ਵਾਤੇ ਹੋਇਆ ਕਰਦਾ ਹੈ। ਮੁਕਤ ਸਮੀਪ ਦਈ ਸਭ ਹੀ ਕੋ। ਸਤਿਗੁਰੂ ਜੀ ਕਹਿ ਲੱਗੇ ਵੀ ਸ਼ਲੋਕ ਸਮੀਪ ਸਾਜਤ ਸਰੂਪ, ਤੇ ਉਹਨਾਂ ਨੂੰ ਅਸੀਂ ਖੁਸ਼ ਹੋ ਕੇ ਜਿਹੜੀ ਸਮੀਪ ਮੁਕਤੀ ਸਦਾ ਦੇ ਲਈ ਬਖਸ਼ ਦਿੱਤੀ ਹੈ। ਬਹੁਤ ਆਨੰਦ ਪਾਏ ਹਿਤ ਜੀ ਕੋ। ਹੁਣ ਉਹਨਾਂ ਨੂੰ ਤਾਂ ਸਦਾ ਵਾਤੇ ਹੋ ਜਿਆ ਆਨੰਦੀ ਪ੍ਰਾਪਤ ਹੋ ਗਿਆ ਹੈ। ਰੱਖੈ ਸਾਬਤੀ ਜੇ ਸਿੱਖ ਮੇਰੀ। ਮਹਾਰਾਜ ਕਹਿ ਲਗੇ ਵੀ ਜਿਹੜੇ ਮੇਰੇ ਸੇਵਕ ਦਾਸ ਹਿਰਦੇ ਦੇ ਅੰਦਰ ਬੜਾ ਸਿਦਕ ਭਰੋਸਾ ਧਾਰਨ ਕਰਨ ਵਾਲੇ ਹਨ। ਦੇਹ ਪ੍ਰਾਨ ਲਹਿ ਲਾਵਤ ਦੇਰੀ। ਜਿਹੜੇ ਧਰਮ ਦੇ ਵਾਸਤੇ ਆਪਣੇ ਪ੍ਰਾਣਾਂ ਨੂੰ ਵੀ ਦੇਣ ਦੇ ਲਈ ਕੋਈ ਮਨ ਦੇ ਵਿੱਚ ਸੰਕੋਚ ਨਹੀਂ ਧਾਰਨ ਕਰਦੇ ਹਨ। ਸਹਿ ਕਾਮੀ ਸਭ ਲਹਿ ਰਾਜ। ਜਿਹੜੇ ਨੇ ਤਾਂ ਸਹਿਕਾਮੀ ਯੋਧੇ ਸੂਰਮੇ, ਉਹਨਾਂ ਨੂੰ ਫਿਰ ਇੱਥੇ ਧਰਤੀ ਦਾ ਬਹੁਤ ਵੱਡਾ ਰਾਜ ਭਾਗ ਪ੍ਰਾਪਤ ਹੋ ਜਾਣਾ। ਭੋਗੈ ਭੂਖ ਸਕਲ ਸਮਾਜ। ਮਾਤਲੋ ਦੀ ਧਰਤੀ ਦੇ ਉੱਪਰ ਪੈਦਾ ਹੋ ਕੇ ਬੜੇ ਉਹਨਾਂ ਨੇ ਦੁਨਿਆਵੀ ਸੁੱਖ ਭੋਗ ਲੈਣੇ ਹਨ। ਪੁਨ ਸਤ ਸੰਗ ਕਰੈ ਭਵ ਤਰੈ। ਫਿਰ ਸੰਗਤ ਕਰਦਿਆਂ ਉਹਨਾਂ ਨੇ ਵੀ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਣਾ ਹੈ। ਨਿਸ਼ਕਾਮੀ ਗਤ ਲੀ ਰਨ ਮਰੈ। ਜਿਹੜੇ ਨੇ ਨਿਸ਼ਕਾਮੀ ਤੇ ਉਹਨਾਂ ਦੀ ਤਾਂ ਫਿਰ ਹਮੇਸ਼ਾ ਵਾਸਤੇ ਸ਼ੋਭ ਗਤੀ ਹੋਇਆ ਕਰਦੀ ਹੈ। ਇਤਿਆਦਿਕ ਕਹਿ ਤੂਸ਼ਨ ਹੋਈ। ਇਹੋ ਸਤਿਗੁਰੂ ਜੀ ਨੇ ਜਦੋਂ ਉਹਨਾਂ ਮਹਾਨ ਯੋਧੇ ਸੂਰਮਿਆਂ ਦੇ ਪ੍ਰਤੀ ਇਹੋ ਜਿਹੇ ਪ੍ਰਵਚਨ ਆਪਣੀ ਰਸਨਾ ਤੋਂ ਕੀਤੇ ਸਨ। ਸ਼ੋਧਤ ਸੋ ਭਟ ਰਹਿ ਪੁਰ ਸਭ ਕੋਈ। ਉਸ ਦਿਨ ਤੋਂ ਬਾਅਦ ਸਾਰੇ ਜਿਹੜੇ ਗੁਰ ਸਿੱਖ ਬੜੇ ਸੁਚੇਤ ਹੋ ਕਰਕੇ ਰਹਿਣ ਲੱਗ ਪਏ ਸੀ। ਆਦ ਪ੍ਰਸਾਦੀ ਹਾਥੀ ਖੜੀ। ਜਿੱਥੇ ਹੁਣ ਤਵੇਲਿਆਂ ਦੇ ਵਿੱਚ ਬੇਕੀਮਤੇ ਪ੍ਰਸ਼ਾਦੀ ਹਾਥੀ ਖੜੇ ਸਨ। ਲੱਖੋਂ ਧਨ ਕੀ ਹੈ ਛੁੱਧ ਮਰੀ। ਹੁਣ ਜਿਨ੍ਹਾਂ ਦੀ ਕੀਮਤ, ਜਿਨ੍ਹਾਂ ਦਾ ਮੁੱਲ
ਲੱਖਾਂ ਦੀ ਗਿਣਤੀ ਦੇ ਵਿੱਚ ਪੈਂਦਾ ਸੀ। ਭੁੱਖ ਦੇ ਕਾਰਨ ਉਹ ਵੀ ਆਪਣਾ ਜਿਹੜਾ ਸਰੀਰ ਤਿਆਗ ਗਏ ਹਨ। ਐਸੋ ਕਛੂ ਸਵਾਂਗ ਵਰਤਾਇਓ। ਇਹੋ ਜਿਹਾ ਬੜਾ ਜਿਹੜਾ ਅਚਰਜ ਸਵਾਂਗ ਸਤਿਗੁਰੂ ਜੀ ਨੇ ਆਪਣੀ ਮੌਤ ਦੇ ਵਿੱਚ ਵਰਤਾਉਣਾ ਸ਼ੁਰੂ ਕੀਤਾ ਹੋਇਆ ਹੈ। ਪਰਖਿਓ ਸਿਦਕ ਜਿਨਹੁ ਠਹਿਰਾਇਓ। ਸਤਿਗੁਰੂ ਜੀ ਆਪਣੇ ਗੁਰ ਸਿੱਖਾਂ ਦੇ ਮਨ ਦਾ ਖਾਲਸੇ ਦਾ ਜਿਹੜਾ ਸਿਦਕ ਭਰੋਸਾ ਇਹੋ ਜਿਹੀਆਂ ਵੱਡੀਆਂ ਵੱਡੀਆਂ ਕਠਨ ਕਸਵੱਟੀਆਂ ਲਾ ਕਰਕੇ ਪਰਖ ਰਹੇ ਹਨ। ਇਕ ਗੁਰ ਦਰਸ਼ਨ ਕੀਰ ਆਧਾਰ। ਹੁਣ ਖਾਲਸੇ ਨੇ ਤਾਂ ਇੱਕ ਸਤਿਗੁਰੂ ਜੀ ਦਾ ਜਿਹੜਾ ਦੀਦਾਰ ਉਹਨੂੰ ਹੀ ਆਪਣਾ ਆਸਰਾ ਰੂਪ ਬਣਾਇਆ ਹੋਇਆ ਹੈ। ਕਟ ਕਸ ਸਿੰਘ ਰਹਿ ਹੁਸ਼ਿਆਰ। ਫਿਰ ਵੀ ਭਾਵੇਂ ਭੁੱਖ ਦਾ ਦੁੱਖ ਵੀ ਸਾਰਿਆਂ ਦੇ ਸਿਰਾਂ ਦੇ ਉੱਪਰ ਪੈ ਰਿਹਾ ਹੈ, ਸ਼ਸਤਰ ਵਸਤਰ ਸਜਾ ਕੇ ਜੰਗ ਕਰਨ ਦੇ ਲਈ ਖਾਲਸੇ ਉਸੇ ਤਰ੍ਹਾਂ ਹੀ ਹਰ ਵਕਤ ਸੁਚੇਤ ਰਹਿੰਦੇ ਸੀ। ਕਬ ਕਬ ਪਾਓ ਅੰਨ ਕੋ ਖਾਵੇ। ਕਈ ਦਿਨਾਂ ਤੋਂ ਬਾਅਦ ਪਾਈਆ ਜਿਹੜਾ ਅੰਨ ਮਸਾਂ ਛਕਣ ਦੇ ਲਈ ਪ੍ਰਾਪਤ ਹੁੰਦਾ ਸੀ। ਪਟ ਬਾਨੀ ਸਤਨਾਮ ਧਿਆਵੇ। ਪਰ ਜਿਹੜੇ ਨੇ ਗੁਰ ਸਿੱਖ ਉਹ ਹਰ ਵਕਤ ਰੱਬੀ ਬਾਣੀ ਦਾ ਜਾਬੀ ਰਸਨਾ ਦੇ ਨਾਲ ਕਰਦੇ ਰਹਿੰਦੇ ਸਨ। ਏਕ ਰਜਤ ਪਾਨਾ ਸ਼ੇਰ ਬਿਕੰਤਾ। ਹੁਣ ਜਿਹੜਾ ਅੰਨ ਉਹ ਵੀ ਨਗਰ ਦੇ ਵਿੱਚ 1 ਰੁਪਈਆ ਸੈਰ ਪਰ ਵਿਕਣ ਲੱਗ ਪਿਆ। ਇਤਨੀ ਜਿਹੜੀ ਮਹਿੰਗਾਈ ਵੱਧ ਚੁੱਕੀ ਹੈ, 1 ਰੁਪਈਏ ਦਾ ਇੱਕ ਸਿਰ ਵੀ ਕਿਤੋਂ ਮੁੱਲ ਅੰਨ ਨਹੀਂ ਪ੍ਰਾਪਤ ਹੁੰਦਾ ਸੀ। ਸੋਪੀ ਖੋਜਤ ਕਹੂੰ ਲਬੰਤਾ। ਉਹ ਵੀ ਮਸਾਂ ਕਿਤੋਂ ਲੱਭ ਕਰਕੇ ਖਰੀਦਿਆ ਜਾ ਸਕਦਾ ਹੈ। ਲੱਖੋਂ ਕੀ ਹੈ ਖਰੀ ਤਬੀਲੀ। ਜਿਹੜੇ ਦੀਨ ਦੁਨੀਆ ਦੇ ਮਾਲਕ ਦੇ ਤਵੇਲਿਆਂ 'ਚ ਲੱਖਾਂ ਰੁਪਈਆਂ ਦੇ ਸੋਹਣੇ ਚੰਗੀ ਨਸਲ ਦੇ ਘੋੜੇ ਬੰਨੇ ਹੋਏ ਸਨ। ਖਾਏ ਮਲੀਦਾ ਸਦਾ ਮਹੀਲੀ। ਹੁਣ ਜਿਨ੍ਹਾਂ ਨੂੰ ਸੇਵਕ ਦਾਸ ਨਿਹਾਰੀਆਂ ਦੇਸੀ ਘਿਓ ਔਰ ਐਸੇ ਤਰ੍ਹਾਂ ਬੇਸਣ ਹੈ ਮਿੱਠਾ ਪਾ ਕਰਕੇ ਜੋ ਵੀ ਇਹਨਾਂ ਨੂੰ ਇਹੋ ਜਿਹੀਆਂ ਬੜੀਆਂ ਖੁੱਲ੍ਹੀਆਂ ਖੁਰਾਕਾਂ ਚਾਰਿਆ ਕਰਦੇ ਸੀ। ਆ ਗੁੜ ਹੈ, ਮੋਠ ਨੇ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਪਾ ਕਰਕੇ ਜੋ ਵੀ ਘੋੜਿਆਂ ਨੂੰ ਖਵਾਈਆਂ ਜਾਂਦੀਆਂ ਸਨ। ਤਿਨ ਕੋ ਦੀਤ ਨਹੀਂ ਬਹੁ ਖਾਨੀ। ਹੁਣ ਵਿਚਾਰਿਆਂ ਨੂੰ ਖਾਣ ਵਾਸਤੇ ਜਿਹੜਾ ਘਾਹ ਵੀ ਬਹੁਤ ਥੋੜਾ ਹੀ ਪ੍ਰਾਪਤ ਹੁੰਦਾ ਸੀ। ਦੁਰਬਲ ਹੋਈ ਮਾਸ ਸੁਕਾਨੀ। ਮਾਨੋ ਜਿਹੜੇ ਚੰਗੀ ਨਸਲ ਦੇ ਘੋੜੇ ਉਹ ਵੀ ਸੁੱਕ ਕਰਕੇ ਬੜੇ ਕਮਜ਼ੋਰ ਹੋ ਚੁੱਕੇ ਹਨ। ਤਿਮ ਹਾਥੀ ਜਿਨ ਕੀਮਤ ਨਾਹੀ। ਹੁਣ ਇਹੋ ਜਿਹੇ ਹਾਥੀ ਜਿਨ੍ਹਾਂ ਦੀ ਕੋਈ ਕੀਮਤ ਕੋਈ ਮੁੱਲ ਵੀ ਨਹੀਂ ਪਾਇਆ ਜਾ ਸਕਦਾ। ਜਿਹੜਾ ਪ੍ਰਸ਼ਾਦੀ ਹਾਥੀ ਰਤਨ ਰਾਏ ਲੈ ਕੇ ਆਇਆ ਸੀ ਉਹਦਾ ਕਿਤੇ ਪ੍ਰਾਪਤ ਹੀ ਨਹੀਂ ਹੁੰਦਾ। ਦੇ ਕਰਕੇ ਭੀਮ ਚੰਦ ਵਰਗੇ ਵੀ ਹੈਰਾਨ ਹੋ ਗਏ ਵੀ ਉਹ ਜਿਹੇ ਹਾਥੀ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਵੀ ਨਹੀਂ ਪਾਏ ਜਾਂਦੇ ਹਨ। ਇਹੋ ਜਿਹੇ ਜਿਹੜੇ ਬੇਕੀਮਤੀ ਹਾਥੀ ਉਹ ਵੀ ਵਿਚਾਰੇ ਹੁਣ ਬਿਨਾਂ ਘਾਹ ਦਾਣੇ ਤੋਂ ਸੁੱਕ ਕਰਕੇ ਇੱਕ ਮਾਸ ਔਰ ਹੱਡੀਆਂ ਦੇ ਪਿੰਜਰੀ ਬਣ ਚੁੱਕੇ ਸਨ। ਲੱਖੋਂ ਖਰਚੈ ਤਉ ਨਾ ਪਾਹੀ। ਅਗਰ ਕੋਈ ਚੱਕਰਵਰਤੀ ਬਾਦਸ਼ਾਹ ਲੱਖਾਂ ਰੁਪਏ ਖਰਚ ਵੀ ਕਰ ਲੈ ਤਾਂ ਵੀ ਫਿਰ ਇਹੋ ਜਿਹੇ ਹਾਥੀ ਉਹਨਾਂ ਨੂੰ ਨਹੀਂ ਪ੍ਰਾਪਤ ਹੋ ਸਕਦੇ ਹਨ। ਤ੍ਰਿਨ ਦਾਨੇ ਬਿਨਾ ਸੂਕਤ ਖਰੀ। ਇੱਕ ਦਾ ਘਾਹ ਔਰ ਦਾਣੇ ਤੋਂ ਬਗੈਰ ਉਹ ਵੀ ਬਿਲਕੁਲ
ਸੁੱਕ ਚੁੱਕੇ ਹਨ। ਤਿਨ ਕੇ ਦਾਸ ਛੁਦਾ ਦੁਖ ਭਰੀ। ਹੁਣ ਜਿਹੜੇ ਉਹਨਾਂ ਦੀ ਸੇਵਾ ਦੇ ਉੱਪਰ ਸਤਿਗੁਰੂ ਜੀ ਨੇ ਬਹੁਤ ਸਾਰੇ ਪ੍ਰੇਮੀ ਲਗਾਏ ਹੋਏ ਸੀ, ਉਹਨਾਂ ਨੂੰ ਵੀ ਕੁਝ ਖਾਣ ਪੀਣ ਵਾਸਤੇ ਨਹੀਂ ਪ੍ਰਾਪਤ ਹੁੰਦਾ ਸੀ। ਹਤ ਸੂਖਮਾ ਜਿਨ ਭਏ ਸਰੀਰ। ਉਹ ਵੀ ਵਿਚਾਰੇ ਅੰਨ ਨਾ ਮਿਲਣ ਕਰਕੇ ਸੁੱਕ ਕਰਕੇ ਤੀਲਿਆਂ ਦੇ ਸਮਾਨ ਬਣ ਗਏ ਹਨ। ਰਹਿ ਕਹਾਂ ਲੱਗ ਭੁਖੇ ਧੀਰ। ਹੁਣ ਭੁੱਖ ਦੇ ਦੁੱਖ ਦੇ ਸਹਿਤ ਹੋ ਕੇ ਕਿਤਨਾ ਕੁ ਟਾਈਮ ਮਨ ਦੇ ਵਿੱਚ ਖਾਲਸਾ ਧੀਰਜ ਧਾਰਨ ਕਰਕੇ ਰੱਖ ਸਕਦਾ ਸੀ। ਸਗੜੇ ਸਿੰਘਨ ਕੀ ਗਤ ਤੈਸੀ। ਹੁਣ ਸਾਰੇ ਯੋਧੇ ਸੂਰਮਿਆਂ ਦੀ ਹੀ ਹਾਲਤ ਐਸੀ ਹੋ ਚੁੱਕੀ ਹੈ। ਇਹ ਨਹੀਂ ਵੀ ਜਿਹੜੇ ਨੇ ਮੁਖੀ ਪ੍ਰਬੰਧਕ ਉਹਨਾਂ ਨੂੰ ਖਾਣ ਪੀਣ ਦੇ ਲਈ ਕੋਈ ਪਦਾਰਥ ਮਿਲਦੇ ਹੋਣਗੇ, ਨਹੀਂ ਕੋਈ ਵੀ ਹੈ ਤੇ ਸਾਰੇ ਬਿਨਾਂ ਭੋਜਨ ਤੋਂ ਬਹੁਤ ਹੀ ਜ਼ਿਆਦਾ ਸਰੀਰਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ। ਛੁਦਾ ਕਾਸ਼ਟ ਸਭ ਕੋ ਇੱਕ ਜੈਸੀ। ਹੁਣ ਭੁੱਖ ਦਾ ਜਿਹੜਾ ਦੁੱਖ ਇਹ ਤਾਂ ਸਾਰਿਆਂ ਨੂੰ ਹੀ ਇੱਕੋ ਸਮਾਨ ਭੋਗਣਾ ਪੈ ਰਿਹਾ ਹੈ। ਕੀਤਕ ਦਿਨ ਇਮ ਛੁਦਤ ਬਿਤਾਈ। ਇਹੋ ਜਦੋਂ ਖਾਲਸੇ ਨੇ ਭੁੱਖਿਆਂ ਧਿਆਇਆ ਰਹਿ ਕਰਕੇ ਕਈ ਦਿਨ ਬਤੀਤ ਕਰ ਦਿੱਤੇ ਸੀ। ਏਕ ਸਮੇਂ ਚਲ ਕਰ ਤਹ ਆਈ। ਇੱਕ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਚੱਲ ਕਰਕੇ ਨਾ ਉਹਨਾਂ ਘੋੜਿਆਂ ਦੇ ਤਵੇਲਿਆਂ ਦੇ ਵਿੱਚ ਪਹੁੰਚੇ ਹਨ। ਖਾਸ ਤੁਰੰਗ ਮਤੰਗ ਤਵੇਲਾ। ਜਿੱਥੇ ਸਤਿਗੁਰੂ ਜੀ ਦੇ ਖਾਸ ਘੋੜੇ ਔਰ ਹਾਥੀ ਉਹਨਾਂ ਤਵੇਲਿਆਂ ਦੇ ਵਿੱਚ ਬੰਨੇ ਹੁੰਦੇ ਸੀ। ਜਿਨ ਪਰ ਬੀਤਿਓ ਕਾਲ ਦੁਹੇਲਾ। ਔਰ ਜਿਨ੍ਹਾਂ ਦੇ ਉੱਪਰ ਵੀ ਬਹੁਤ ਦੁਖਦਾਈ ਭਿਆਨਕ ਸਮਾਂ ਬਤੀਤ ਹੋ ਚੁੱਕਿਆ ਹੈ। ਜਬੈ ਹਯਨ ਮਹਿ ਗਈ ਗੁਸਾਈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲਦਿਆਂ ਉਹਨਾਂ ਘੋੜਿਆਂ ਦੇ ਪਾਸ ਪਹੁੰਚੇ ਸਨ। ਹੀਰ ਹੀਰ ਹੈਰਤ ਹੈ ਨਾਈ। ਆਪਣੇ ਮਾਲਕ ਨੂੰ ਦੇਖਣ ਸਾਰ ਘੋੜੇ ਤਾਂ ਉਸੇ ਸਮੇਂ ਉੱਚੀ ਹਿਣਕਣ ਲੱਗ ਪਏ ਸਨ। ਧਰ ਪਰ ਖੁਰ ਹੱਥ ਸ਼ਬਦ ਉਠਾਵੇ। ਸਤਿਗੁਰੂ ਜੀ ਦਾ ਦਰਸ਼ਨ ਕਰਕੇ ਉਹ ਸਮੇਂ ਜਿਹੜੇ ਘੋੜੇ ਬੜੇ ਜ਼ੋਰ ਦੇ ਸਹਿਤ ਆਪਣੇ ਪੌੜਾਂ ਨੂੰ ਧਰਤੀ ਦੇ ਉੱਪਰ ਮਾਰਨ ਲੱਗ ਪਏ ਹਨ। ਮਾਨੋ ਇਹ ਜ਼ੁਬਾਨ ਦੇ ਨਾਲ ਭਾਵੇਂ ਬੋਲ ਤਾਂ ਨਹੀਂ ਸਕਦੇ, ਪਰ ਫਿਰ ਵੀ ਹਿਣਕ ਕਰਕੇ ਆਪਣੀ ਭੁੱਖ ਦਾ ਜਿਹੜਾ ਦੁੱਖ ਸਤਿਗੁਰੂ ਜੀ ਦੇ ਸਾਹਮਣੇ ਜ਼ਾਹਰ ਕਰ ਰਹੇ ਸੀ। ਪਹਿਲਾਂ ਵੀ ਜਦੋਂ ਮਹਾਰਾਜ ਨੇ ਆਉਣਾ, ਚਾਹੇ ਹਾਥੀ ਨੇ ਚਾਹੇ ਘੋੜੇ ਨੇ, ਉਹਨਾਂ ਦੇ ਸਿਰਾਂ ਦੇ ਉੱਪਰ ਹੱਥ ਫੇਰਿਆ ਕਰਦੇ ਸੀ ਔਰ ਵਾਰ-ਵਾਰ ਇਹਨਾਂ ਨੂੰ ਆ ਕਰਕੇ ਪਲੋਸਣਾ। ਜਿਹੜਾ ਵੀ ਕੋਈ ਪ੍ਰਾਣੀ ਜਾਨਵਰਾਂ ਨਾਲ ਪਸ਼ੂਆਂ ਨਾਲ ਕੋਈ ਪ੍ਰੇਮ ਕਰਨ ਲੱਗ ਜਾਏ, ਉਹ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਹਨ ਵੀ ਸਾਡਾ ਇਹ ਮਾਲਕ ਸੁਆਮੀ ਆ ਗਿਆ। ਇਸੇ ਤਰ੍ਹਾਂ ਅੱਜ ਜਦੋਂ ਸਤਿਗੁਰੂ ਜੀ ਆਪਣੇ ਖਾਸ ਹਾਥੀ ਔਰ ਘੋੜਿਆਂ ਦੇ ਤਵੇਲਿਆਂ ਦੇ ਵਿੱਚ ਪਹੁੰਚੇ, ਇਹ ਵੀ ਵਿਚਾਰੇ ਖੁਰ ਧਰਤੀ ਦੇ ਉੱਪਰ ਮਾਰ ਕੇ ਆਪਣੀ ਭੁੱਖ ਨੂੰ ਦੱਸਣ ਲੱਗ ਪਏ ਸੀ। ਗੱਜ ਪੁੰਕਾਰਤ ਸੁੰਡ ਪਰਮਾਵੇ। ਇਸੇ ਤਰ੍ਹਾਂ ਜਿਹੜੇ ਨੇ ਵੱਡੇ ਹਾਥੀ ਸੁੰਡਾਂ ਨੂੰ ਘੁਮਾ ਕੇ ਫਿਰ ਚੀਕਾਂ ਮਾਰਨ ਲੱਗ ਪਏ ਸਨ। ਤਿਨ ਕੇ ਸੇਵਕ ਦੋਇ ਕਰ ਜੋਰ। ਹੁਣ ਜਦੋਂ ਹਾਥੀਆਂ ਨੇ ਵੀ ਆਪਣੇ ਜਿਹੜੇ ਦੁੱਖ ਮਾਨੋ ਸੁੰਡਾਂ ਨੂੰ ਜਾਂ ਫਿਰ ਚੀਕਾਂ ਮਾਰ ਕੇ ਸਰਬਾਗਾ ਅੰਤਰਜਾਮੀ ਸਤਿਗੁਰਾਂ ਦੇ ਪਾਸ ਦੱਸਣ ਦਾ ਯਤਨ ਕੀਤਾ ਸੀ। ਦੇ ਕਰਕੇ ਉਸ ਸਮੇਂ ਜੋ ਵੀ
ਸੇਵਕ ਦਾਸ ਇਹਨਾਂ ਦੀ ਨਿਗਰਾਨੀ ਦੇ ਉੱਪਰ ਮਹਾਰਾਜ ਨੇ ਛੱਡੇ ਹੋਏ ਸਨ। ਦਿਨੈ ਕਰੀ ਲਹਿ ਸ਼ੁੱਧ ਦੁਖ ਕੋਰ। ਹੁਣ ਇਹਨਾਂ ਦੀ ਬਹੁਤ ਕੋਰ ਭੁੱਖ ਦੇ ਦੁੱਖ ਨੂੰ ਸਾਹਮਣੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੇਵਕਾਂ ਦਾਸਾਂ ਨੇ ਮਹਾਰਾਜ ਦੇ ਅੱਗੇ ਬਾਰ-ਬਾਰ ਹੱਥ ਜੋੜੇ ਸੀ। ਸ਼੍ਰੀ ਪ੍ਰਭ ਜੀ ਅਬ ਹਵੈ ਹੱਥ ਪ੍ਰਾਨ। ਇਹ ਸੱਚੇ ਪਾਤਸ਼ਾਹ ਵੀ ਜਿਨ੍ਹਾਂ ਨੂੰ ਦਾਣਾ ਔਰ ਘਾਹ ਕੁਝ ਦਿਨ ਖਾਣ ਵਾਸਤੇ ਨਾ ਮਿਲਿਆ, ਫਿਰ ਇਹਨਾਂ ਨੇ ਵੀ ਆਪਣੇ ਤੜਫ ਕੇ ਪ੍ਰਾਣ ਤਿਆਗ ਦੇਣੇ ਹਨ। ਬਿਨਾ ਅੰਨਤੀ ਜੀਵਨ ਹਾਨ। ਹੁਣ ਬਿਨਾ ਅੰਨ ਔਰ ਘਾਹ ਤੋਂ ਬਗੈਰ ਇਹ ਵੀ ਵਿਚਾਰੇ ਹੁਣ ਕਿਤਨਾ ਕੁ ਟਾਈਮ ਜਿਉਂਦੇ ਰਹਿ ਸਕਦੇ ਹਨ। ਭੋਜਨ ਦੇਹੋ ਕੀ ਦੇਹੋ ਸੰਤੋਸ਼ਾ। ਇਹ ਗਰੀਬਾਂ ਨੂੰ ਬਾਤ ਸੱਚੇ ਪਾਤਸ਼ਾਹ ਵੀ ਜਾਂ ਤਾਂ ਇਹਨਾਂ ਨੂੰ ਖੁਰਾਕ ਬਖਸ਼ ਦਿਓ, ਜਾਂ ਫਿਰ ਆਪ ਦੀ ਜੇ ਦ੍ਰਿਸ਼ਟੀ ਪੈ ਗਈ ਇਹਨਾਂ ਦੇ ਮਨ ਦੇ ਵਿੱਚ ਬੜਾ ਜਿਹੜਾ ਸੰਤੋਖ ਪੈਦਾ ਹੋ ਜਾਏਗਾ ਵੀ ਇਹਨਾਂ ਦੀ ਆ ਭੁੱਖ ਤੇ ਪਿਆਸ ਹੋ ਦੂਰ ਹੋ ਜਾਣੀ ਹੈ। ਜਿਸ ਤੇ ਹਮਕੋ ਹੋਏ ਭਰੋਸਾ। ਸੱਚੇ ਪਾਤਸ਼ਾਹ ਫਿਰ ਸਾਨੂੰ ਵੀ ਯਕੀਨ ਭਰੋਸਾ ਹੋ ਜੂ ਵੀ ਸਤਿਗੁਰੂ ਜੀ ਨੇ ਇਹਨਾਂ ਤੇ ਦ੍ਰਿਸ਼ਟੀ ਪਾਤੀ ਤੇ ਹੁਣ ਇਹਨਾਂ ਨੇ ਇਸੇ ਤਰ੍ਹਾਂ ਬਚ ਜਾਣਾ ਹੈ। ਆਪ ਕਿਰਪਾਲ ਕਰੋ ਪ੍ਰਭ ਕਰੁਣਾ। ਸੱਚੇ ਪਾਤਸ਼ਾਹ ਵੀ ਹੁਣ ਇਹਨਾਂ ਦੇ ਜਿਹੜੇ ਪ੍ਰਾਣ ਉਹ ਤਾਂ ਆਪ ਦੀ ਕਿਰਪਾ ਦੇ ਨਾਲ ਹੀ ਬਚ ਸਕਦੇ ਹਨ। ਨਰ ਘੇਰੇ ਮਹਿ ਸਭ ਤੁਮ ਸ਼ਰਨਾ। ਆ ਮਨੁੱਖਾ ਰੂਪੀ ਘੇਰੇ ਦੇ ਵਿੱਚ ਜੋ ਵੀ ਪ੍ਰਾਣੀ ਆਪ ਦੀ ਸ਼ਰਨ ਦੇ ਵਿੱਚ ਪਹੁੰਚੇ ਹੋਏ ਹਨ। ਹਾਡ ਚਾਮ ਕੇ ਤਨ ਬਨ ਰਹੀ। ਮਹਾਰਾਜ ਦੇਖੋ ਆ ਜਿਤਨੇ ਵੀ ਯੋਧੇ ਸੂਰਮੇ ਉਹ ਵੀ ਇੱਕ ਤਰ੍ਹਾਂ ਦੇ ਸੁੱਕ ਕਰਕੇ ਹੱਡ ਔਰ ਨਾੜੀਆਂ ਦੇ ਪਿੰਜਰਾਂ ਦੇ ਸਮਾਨ ਤਾਂ ਬਣ ਚੁੱਕੇ ਹਨ। ਬਲ ਪਲ ਰਕਤ ਨਾ ਰੰਚਕ ਅਹੀ। ਜਿਨ੍ਹਾਂ ਦੇ ਜਿਸਮਾਂ ਦੇ ਵਿੱਚੋਂ ਖੂਨ ਵੀ ਆ ਮਾਸ ਵੀ ਬਿਲਕੁਲ ਇਹਨਾਂ ਦੇ ਅੰਗਾਂ ਦਾ ਸੁੱਕ ਚੁੱਕਿਆ ਹੈ। ਸਹਿ ਕਹਾਂ ਲਗ ਸੰਕਟ ਈਤ। ਹੁਣ ਇਤਨਾ ਘੋਰ ਸੰਕਟ ਤੇ ਇਤਨੀ ਵੱਡੀ ਜਿਹੜੀ ਡਾਢੀ ਭੁੱਖ ਹੈ ਉਹਦਾ ਦੁੱਖ ਵਿਚਾਰੇ ਕਿੱਥੋਂ ਤੱਕ ਸਰੀਰਾਂ ਦੇ ਉੱਪਰ ਚੱਲ ਸਕਦੇ ਹਨ। ਚਾਹੀਏ ਨਿਤ ਜੋ ਖੈਬੇ ਹੇਤ। ਹੁਣ ਜਿਹੜਾ ਅੰਨ ਔਰ ਪਾਣੀ ਤਾਂ ਰੋਜ਼ਾਨਾ ਹੀ ਹਰੇਕ ਨੂੰ ਇਹ ਛਕਣ ਦੀ ਲੋੜ ਪੈਂਦੀ ਹੈ। ਸੁਨ ਸਭ ਤੇ ਅਨਸੁਨ ਹੀ ਕੀਨ। ਪਰ ਉਸ ਸਮੇਂ ਸਤਿਗੁਰੂ ਜੀ ਨੇ ਇਹਨਾਂ ਸੇਵਕਾਂ ਦੇ ਬਚਨ ਸੁਣ ਕਰਕੇ ਵੀ ਆਣ ਸੁਣਿਆਂ ਦੇ ਸਮਾਨ ਕਰਤੇ ਮਹਾਰਾਜ ਨੇ ਕੋਈ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਜਵਾਬ ਨਹੀਂ ਦਿੱਤਾ ਸੀ। ਬ੍ਰਿਤੀ ਉਦਾਸ ਨਾ ਉਤਰ ਦੀਨ। ਹੁਣ ਸਤਿਗੁਰੂ ਜੀ ਨੇ ਵੀ ਬਹੁਤ ਜਿਹੜੀ ਉਦਾਸ ਬਿਰਤੀ ਧਾਰਨ ਕੀਤੀ ਹੋਈ ਹੈ। ਦ੍ਰਿਸ਼ਟ ਵਿਖੇ ਕਰ ਸਭ ਇੱਕ ਸਾਰੀ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਖਾਸ ਤਵੇਲੇ ਦੇ ਵਿੱਚ ਜਿਹੜੇ ਵੀ ਹਾਥੀ ਘੋੜੇ ਜੋ ਵੀ ਕਿੱਲਿਆਂ ਦੇ ਨਾਲ ਬੰਨੇ ਹੋਏ ਸਨ ਉਹਨਾਂ ਦੇ ਵੱਲ ਵੀ ਚੰਗੀ ਤਰ੍ਹਾਂ ਦ੍ਰਿਸ਼ਟੀ ਪਾ ਕਰਕੇ ਦੇਖ ਲਿਆ ਹੈ। ਗਏ ਬਹੁਰ ਤੂਸ਼ਨ ਮੁਖ ਧਾਰੀ। ਉਸੇ ਤਰ੍ਹਾਂ ਸਤਿਗੁਰੂ ਜੀ ਚੁੱਪ ਕਰਕੇ ਹੀ ਵਾਪਸ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ ਹਨ। ਸਰੋਤਾ ਸੁਨੋ ਕਹਿਤ ਬ੍ਰਿਧ ਭਾਈ। ਭਾਈ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੇ ਬਾਂਦੇ ਵਿੱਚੋਂ ਪੂਰਨ ਬ੍ਰਹਮ ਗਿਆਨੀ ਇਹ ਸਰੋਤਿਆਂ ਨੂੰ ਕਥਾ ਸੁਣਾਉਂਦਿਆਂ ਹੋਇਆਂ ਆਪਣੇ ਵੱਲੋਂ ਬੇਨਤੀ ਕਰਦੇ ਨੇ। ਕਿਤ ਮਗ ਮਹਿ ਪਹੁੰਚਿਓ ਤਹ ਜਾਈ। ਵੀ ਉਸ ਟਾਈਮ ਤੇ ਕਿਸੇ ਨਾ ਕਿਸੇ ਰਾਤੇ ਥਾਈ ਭਾਈ ਰਾਮ ਕੌਰ ਜੀ ਵੀ ਆਨੰਦਪੁਰ ਦੇ ਵਿੱਚ
ਪ੍ਰਵੇਸ਼ ਕਰ ਗਏ ਸੀ। ਦਰਸ਼ਨ ਕਰ ਪਦ ਟੇਕਿਓ ਮਾਥਾ। ਜਦੋਂ ਮੈਂ ਵੀ ਦਸ਼ਮੇਸ਼ ਪਿਤਾ ਦਾ ਕਰਕੇ ਦਰਸ਼ਨ ਚਰਨਾਂ ਤੇ ਮੱਥਾ ਟੇਕਿਆ ਸੀ। ਖੁਸ਼ੀ ਕਰੀ ਬਹੁ ਸ੍ਰੀ ਗੁਰਨਾਥਾ। ਦੀਨ ਦੁਨੀਆ ਦੇ ਮਾਲਕ ਨੇ ਮੇਰੇ ਉੱਪਰ ਉਸ ਵਕਤ ਬੜੀਆਂ ਖੁਸ਼ੀਆਂ ਵੀ ਕਰ ਦਿੱਤੀਆਂ ਸਨ। ਬਹੁਰ ਜਾਈ ਮੈਂ ਡੇਰਾ ਕਰਿਓ। ਉਹ ਤੋਂ ਬਾਅਦ ਮੈਂ ਜਾ ਕਰਕੇ ਆਰਾਮ ਕਰਨ ਦੇ ਲਈ ਆਪਣਾ ਡੇਰਾ ਲਗਾ ਦਿੱਤਾ ਸੀ। ਸਰਬ ਦੁਰਗ ਸਿੰਘਨ ਸਨ ਪਰਿਓ। ਜੋ ਵੀ ਜੋ ਦੇ ਸੋਰ ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਮਹਾਰਾਜ ਜੀ ਵੜੇ ਰਹਿਣ ਵਾਲੇ ਜਾ ਕਰਕੇ ਜਦੋਂ ਮੈਂ ਸਾਰਿਆਂ ਨੂੰ ਮਿਲਿਆ ਸੀ। ਮਿਲ ਕੇ ਸਭ ਆਏ ਮੁਝ ਪਾਸ। ਜਦੋਂ ਪਤਾ ਲੱਗਿਆ ਵੀ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੀ ਵੰਦ ਦੇ ਵਿੱਚੋਂ ਅੱਜ ਆਨੰਦਪੁਰ ਦੇ ਵਿੱਚ ਚੱਲ ਕਰਕੇ ਪਹੁੰਚ ਗਏ ਹਨ। ਮਹਾ ਸ਼ੁਦਾਤਰ ਜੀਨ ਨਾ ਆਸ। ਜਿਨ੍ਹਾਂ ਦੇ ਮਨ ਦੇ ਵਿੱਚੋਂ ਜਿਹੜੀ ਜਿਉਣ ਦੀ ਆਸ ਉਹ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਨਾ। ਬਹੁਤ ਸਾਰੇ ਬ੍ਰਹਮ ਬੇਤੇ ਗੁਰ ਸਿੱਖ ਯੋਧੇ ਸੂਰਮੇ ਉਹ ਵੀ ਇਕੱਠੇ ਹੋ ਕਰਕੇ ਮੇਰੇ ਪਾਸ ਪਹੁੰਚ ਗਏ ਸਨ। ਕਹਿਓ ਸਭਨਾ ਸਤਿਗੁਰ ਕੇ ਪਾਸ। ਉਹ ਸਮੇਂ ਕਹਿ ਲਗੇ ਭਾਈ ਰਾਮ ਕੌਰ ਜੀ ਤੁਹਾਤੋਂ ਬਗੈਰ ਸਤਿਗੁਰੂ ਜੀ ਦੇ ਚਰਨਾਂ 'ਚ ਕੋਈ ਵੀ ਆਪਣੇ ਵੱਲੋਂ ਅਰਦਾਸ ਬੇਨਤੀ ਨਹੀਂ ਕਰ ਸਕਦਾ। ਸਾਰਿਆਂ ਦੀ ਜਿਹੜੀ ਦੁਖਦਾਈ ਹਾਲਤ ਉਹ ਤਾਂ ਤੁਸੀਂ ਆਪਣੇ ਆਪ ਹੀ ਸਾਹਮਣੇ ਨੇਤਰਾਂ ਦੇ ਨਾਲ ਦੇਖ ਹੀ ਲਈ ਹੈ। ਹੁਣ ਜਿਸ ਪ੍ਰਕਾਰ ਭਾਈ ਰਾਮ ਕੌਰ ਜੀ ਨੇ ਮਹਾਰਾਜ ਦੇ ਪਾਸ ਪਹੁੰਚਣਾ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਕਹਿਓ ਸਭਨਾ ਸਤਿਗੁਰ ਕੇ ਪਾਸ। ਚੱਲ ਕੇ ਆਪ ਕਰੋ ਅਰਦਾਸ। ਕਹਿਓ ਸਭਨਾ ਸਤਿਗੁਰ ਕੇ ਪਾਸ। ਚੱਲ ਕੇ ਆਪ ਕਰੋ ਅਰਦਾਸ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ। ਅਗ